आओ पंजाब भारत पूरे विश्व की शांति ते खुशहाली लई मिल के इबादत ते प्रार्थना करिए। प्रभु दा अपने लोकां लई वादा आ कि ना मैं तेनू कदी छड्डांगा ना मैं तेनू त्यागांगा। सो प्रभु दा वचन आ, ना डर मैं तेरे अंग संग आ, मैं तेनू फतेहमंद अपने सज्जे हत्थ नाल संभालांगा। सो प्रभु दे ढेर सारे वादे अपने लोकां दे नाल है, जिहड़े उत्ते निश्चा करदे आ, उहदे वचन दी पालना करदे आ ते प्रभु अपने लोकां नू हर हालात दे विच संभाल के रखदा आ। हर तरह के हालात दे विच प्रभु अपने लोकां नू संभालदा आ। सो जिवें असीं देखदे हां कि काफ़ी करोना वायरस करके परेशानियां दे विच लोकी दुखां दे विच बीमारी दी हालत दे विच है, पर परमेश्वर दा शुक्र आ भी उहने अपने लोकां नू संभाल के रखिया आ। सो परमेश्वर दा वचन असीं थोड़े समय लई पढ़न लई जा रहे हां। सो परमेश्वर चाहुंदा आ भी असीं हर हालात दे विच अधीनगी वाला असीं समां बतीत करिए, उहदे असीं अधीन रहिए। सो परमेश्वर दा वचन असीं पढ़ांगे। गिणती दी पुस्तक कड्डांगे असीं। गिणती दी पुस्तक 12 दे आए असीं 3 आयत असीं पढ़न लई जा रहे हां। गिणती दी पुस्तक 12 दे आए 3 आयत असीं परमेश्वर दे वचन दे विचों पढ़ांगे। परमेश्वर चाहुंदा आ कि भावें जिद्दां दे भी मर्जी हालात धरती ते होण, पर उहदे लोक जिहड़े आ उहदे अधीन रहण, उहदे वल तकदे रहण, उह ते निश्चा करदे रहण, उहदी किरपा दी इंतजार करदे रहण। ते जदों अधीन रहणगे तां परमेश्वर बड़ी आशीष अपने लोकां नूं दऊगा। ते भावें जिद्दां दे मर्जी हालात होण, सारे हालातां भी परमेश्वर अपने लोकां नूं संभाल के रखेगा। हाँ, गिणती दी पुस्तक 12 दे आए ਉਹਦੀ 3 12 ਦੀ 3 ਪੜ੍ਹ ਦਿਓ। ਅਤੇ ਉਹ ਮਰਦ ਮੂਸਾ ਸਾਰੇ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ। ਹਾਂ, ਇੱਥੇ ਅਸੀਂ ਬਚਨ ਦੇ ਵਿੱਚੋਂ ਪੜ੍ਹਿਆ, ਇਹ ਜਿਹੜੀ ਗੱਲ ਆ, ਇਹ ਗੱਲ ਪਰਮੇਸ਼ਰ ਨੇ ਕਹੀ। ਇਹ ਗੱਲ ਹਾਲੇਲੂਇਆ, ਇਹ ਕਿਹਨੇ ਕਹੀ? ਇਹ ਪਰਮੇਸ਼ਰ ਨੇ ਗੱਲ ਕਹੀ। ਮੂਸਾ ਆਪਣੇ ਦਾਸ ਦੇ ਬਾਰੇ ਗੱਲ ਕਹੀ ਕਿ ਉਹ ਮਰਦ ਮੂਸਾ ਪ੍ਰਿਥਵੀ ਉੱਤੇ ਸਾਰੇ ਆਦਮੀਆਂ ਨਾਲੋਂ ਬਹੁਤ ਜ਼ਿਆਦਾ ਪਰਮੇਸ਼ਰ ਦੇ ਅਧੀਨ ਸੀ। ਹਾਂ, ਫਿਰ ਪੜ੍ਹ ਦਿਓ ਇੱਕ ਵਾਰੀ। ਅਤੇ ਉਹ ਮਰਦ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਉਹ ਮਰਦ ਮੂਸਾ ਸਾਰੇ ਆਦਮੀਆਂ ਨਾਲੋਂ, ਹਾਂਜੀ, ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ। ਹਾਂ, ਜਿਹੜੇ ਪ੍ਰਿਥਵੀ ਤੇ ਸਨ ਉਹ ਬਹੁਤ ਕੀ ਸੀਗਾ? ਅਧੀਨ ਸੀ। ਉਹ ਸਾਰਿਆਂ ਨਾਲੋਂ ਜ਼ਿਆਦਾ ਅਧੀਨ ਸੀ। ਅਧੀਨਗੀ ਦਾ ਮਤਲਬ ਬੇ ਪਰਮੇਸ਼ਰ ਦਾ ਕਹਿਣਾ ਮੰਨਣ ਵਾਲਾ ਸੀ। ਉਹ ਪਰਮੇਸ਼ਰ ਦੀ ਆਗਿਆਕਾਰੀ ਕਰਨ ਵਾਲਾ ਸੀ। ਉਹ ਮਰਦ ਮੂਸਾ ਪ੍ਰਿਥਵੀ ਉੱਤੇ ਜਿੰਨੇ ਲੋਕੀ ਸੀਗੇ ਉਹ ਸਾਰਿਆਂ ਦੇ ਨਾਲੋਂ ਜ਼ਿਆਦਾ ਕੀ ਸੀਗਾ? ਅਧੀਨ ਸੀ। ਉਹ ਅਧੀਨ ਦਾ ਮਤਲਬ ਕਹਿਣਾ ਮੰਨਣ ਵਾਲਾ, ਜਿੱਦਾਂ ਅਸੀਂ ਪੜ੍ਹਿਆ, ਬਹੁਤ ਅਧੀਨ ਸੀ। ਤਾਂ ਇਸੇ ਕਰਕੇ ਪਰਮੇਸ਼ਰ ਨੇ ਉਹਨੂੰ ਚੁਣਿਆ। ਜਿਵੇਂ ਅਸੀਂ ਬਚਨ ਦੇ ਵਿੱਚ ਅੱਜ ਤੇ ਪੜ੍ਹਿਆ, ਪਰਮੇਸ਼ਰ ਨੇ ਉਹਨੂੰ ਚੁਣਿਆ ਤਾਂ ਕਿ ਇਸਰਾਇਲੀ ਲੋਕਾਂ ਨੂੰ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਵੇ। ਪਰਮੇਸ਼ਰ ਦੀ ਹਜ਼ੂਰੀ ਉਹਦੇ ਨਾਲ ਸੀ। ਪਰਮੇਸ਼ਰ ਨੇ ਵੱਡੇ ਵੱਡੇ ਕੰਮਾਂ ਦੇ ਦੁਆਰਾ, ਮੂਸਾ ਦੇ ਦੁਆਰਾ ਇਸਰਾਇਲੀ ਲੋਕਾਂ ਨੂੰ ਆਜ਼ਾਦੀ ਦਿੱਤੀ ਤੇ ਪਰਮੇਸ਼ਰ ਮੂਸਾ ਦੇ ਨਾਲ ਆਮੋ ਸਾਹਮਣੇ ਗੱਲਾਂ ਕਰਦਾ ਸੀ। ਇੱਥੇ ਪਰਮੇਸ਼ਰ ਨੇ ਉਹਦੀ ਭੈਣ ਮਰੀਅਮ ਤੇ ਉਹਦਾ ਭਰਾ ਹरून ਨੂੰ ਇਹ ਗੱਲ ਕਹੀ ਸੀ। ਜਦੋਂ ਉਹ ਉਹਦੇ ਵਿਰੁੱਧ ਵਿੱਚ ਸੀ, ਮਰੀਅਮ ਉਹਦੀ ਭੈਣ ਤੇ ਉਹਦਾ ਭਰਾ ਜਿਹੜਾ ਹरून ਸੀਗਾ, ਉਹ ਇਹ ਗੱਲ ਜਿਹੜੀ ਪਰਮੇਸ਼ਰ ਨੇ ਉਹਨਾਂ ਨੂੰ ਕਹੀ ਸੀਗੀ ਵੀ ਜਿਹੜਾ ਮੂਸਾ ਹੈ, ਇਹਦੇ ਵਰਗਾ ਧਰਤੀ ਤੇ ਕੋਈ ਵੀ ਬੰਦਾ ਨਹੀਂਗਾ, ਇਹ ਮੇਰੇ ਬਹੁਤ ਅਧੀਨ ਆ, ਵੀ ਫਿਰ ਤੁਸੀਂ ਇਹਦੇ ਵਿਰੁੱਧ ਵਿੱਚ ਬੋਲਣ ਤੋਂ ਕਿਉਂ ਨਾ ਡਰੇ। ਤੇ ਪਰਮੇਸ਼ਰ ਨੇ ਫਿਰ ਉਹਨਾਂ ਨੂੰ ਕਿਹਾ ਵੀ ਮੈਂ ਮੂਸਾ ਦੇ ਨਾਲ ਆਮੋ ਸਾਹਮਣੇ ਗੱਲਾਂ ਕਰਾਂਗਾ। ਸੋ ਬਹੁਤ ਵਾਰੀ ਪਰਮੇਸ਼ਰ ਸੁਪਨਿਆਂ ਰਾਹੀਂ, ਦਰਸ਼ਨਾਂ ਰਾਹੀਂ ਗੱਲਬਾਤ ਕਰਦਾ, ਪਰ ਇੱਥੇ ਪਰਮੇਸ਼ਰ ਨੇ ਕਿਹਾ ਵੀ ਮੈਂ ਮੂਸਾ ਦੇ ਨਾਲ ਆਮੋ ਸਾਹਮਣੇ ਗੱਲਾਂ ਕਰਾਂਗਾ। ਔਰ ਪਰਮੇਸ਼ਰ ਨੇ ਕੀਤੀਆਂ। ਤੇ ਅਸੀਂ ਮੂਸਾ ਦੇ ਜੀਵਨ ਦੇ ਬਾਰੇ ਦੇਖਦੇ ਹਾਂ। ਜੇ ਉਹ ਬਹੁਤ ਅਧੀਨ ਸੀ ਤੇ ਪਰਮੇਸ਼ਰ ਨੇ ਜਿਹੜਾ ਵੱਡਾ ਕੰਮ ਉਹਨੂੰ ਦਿੱਤਾ ਇਸਰਾਇਲੀ ਲੋਕਾਂ ਨੂੰ ਇਸਰਾਇਲ ਦੀ ਧਰਤੀ ਤੇ ਪਹੁੰਚਾਉਣ ਦਾ, ਉਸ ਨੇ ਕੰਮ ਜਿਹੜਾ ਸੀ ਉਹ ਪੂਰਾ ਕੀਤਾ। ਔਰ ਉਹਦੇ ਬਾਰੇ ਅਸੀਂ ਅੱਜ ਤਾਈਂ ਸੁਣਿਆ ਕਿ ਮੂਸਾ ਦੀ 120 ਸਾਲਾਂ ਦੀ ਉਮਰ ਸੀ
120 ਸਾਲਾਂ ਦੀ ਉਮਰ ਸੀ ਤੇ ਲਿਖਿਆ ਵੀ ਉਹਦੇ ਸਰੀਰ ਦੀ ਸ਼ਕਤੀ ਨਹੀਂ ਘਟੀ। ਹਾਲੇਲੂਇਆ। ਉਹਦੇ ਸਰੀਰ ਦੀ ਸ਼ਕਤੀ ਨਹੀਂ ਘਟੀ ਔਰ ਨਾ ਉਹਦੀ ਅੱਖ ਧੁੰਦਲੀ ਹੋਈ। ਹਾਲੇਲੂਇਆ। ਪਰਮੇਸ਼ਰ ਦੇ ਪ੍ਰਤਾਪ ਦੇ ਨਾਲ, ਉਹਦੀ ਕਿਰਪਾ ਦੇ ਨਾਲ ਜਦੋਂ ਅਸੀਂ ਉਹਦੇ ਸਰੀਰ ਦੀ ਵੀ ਗੱਲ ਦੇਖਦੇ ਹਾਂ, ਲਿਖਿਆ ਬਈ 120 ਸਾਲਾਂ ਦੀ ਉਮਰ 'ਚ ਉਹਦੇ ਸਰੀਰ ਦੀ ਸ਼ਕਤੀ ਨਹੀਂ ਘਟੀ ਤੇ ਉਹਦੀ ਅੱਖ ਧੁੰਦਲੀ ਨਹੀਂ ਹੋਈ। ਹਾਲੇਲੂਇਆ। ਹਾਲੇਲੂਇਆ। ਅੱਖ ਨਹੀਂ ਧੁੰਦਲੀ ਹੋਈ। 120 ਸਾਲਾਂ ਦੀ ਉਮਰ 'ਚ ਜਦੋਂ ਉਹਦਾ ਆਖਰੀ ਸਮਾਂ ਸੀ ਤੇ ਪਰਮੇਸ਼ਰ ਨੇ ਉਹਨੂੰ ਮੂਸਾ ਨੂੰ ਕਿਹਾ ਪਹਾੜ ਤੇ ਜਾ ਤੇ ਉੱਥੇ ਜਾ ਕੇ ਮਰ ਜਾ। ਸੋ ਪਰਮੇਸ਼ਰ ਨੇ ਹੀ ਪਹਾੜ ਤੇ ਉਹਨੂੰ ਦਫਨਾਇਆ ਤੇ ਲਿਖਿਆ ਵੇ ਉਹਦੀ ਕਬਰ ਬਾਰੇ ਅੱਜ ਤਾਈਂ ਕੋਈ ਵੀ ਜਾਣਦਾ ਨਹੀਂਗਾ। ਤੇ ਜਿਹੜੇ ਕੰਮ ਪਰਮੇਸ਼ਰ ਨੇ ਮੂਸਾ ਦੇ ਰਾਹੀਂ ਕੀਤੇ ਉਹ ਹੋਰ ਕਿਸੇ ਨਬੀ ਦੇ ਰਾਹੀਂ ਨਹੀਂ ਹੋਏ। ਹਾਲੇਲੂਇਆ। ਹੋਰ ਇੱਥੇ ਅਸੀਂ ਪੜ੍ਹਿਆ ਕਿ ਮੂਸਾ ਬਹੁਤ ਜ਼ਿਆਦਾ ਅਧੀਨ ਸੀ। ਸੋ ਅਸੀਂ ਦੇਖਦੇ ਹਾਂ ਖਾਸ ਗੱਲ ਕਿ ਮੂਸਾ ਜਦੋਂ ਪਹਾੜ ਤੇ ਗਿਆ 40 ਦਿਨ ਤੇ 40 ਰਾਤਾਂ ਉੱਥੇ ਰਿਹਾ ਤੇ ਪਰਮੇਸ਼ਰ ਨੇ ਉਹਨੂੰ ਪੱਥਰ ਦੀਆਂ ਫਟੀਆਂ ਤੇ ਹੁਕਮ ਲਿਖ ਕੇ ਦਿੱਤੇ ਔਰ ਜਿਹੜੇ ਹੁਕਮ ਅੱਜ ਸਾਰੀ ਧਰਤੀ ਦੇ ਲੋਕਾਂ ਦੇ ਲਈ ਆ। ਪਵਿੱਤਰ ਬਾਈਬਲ ਦੇ ਵਿੱਚ ਬਿਆਨ ਆ 10 ਹੁਕਮ ਵੀ ਲਿਖ ਕੇ ਦਿੱਤੇ ਤੇ ਹੋਰ ਵੀ ਬਹੁਤ ਸਾਰੀਆਂ ਬਾਣੀ ਦੀਆਂ ਗੱਲਾਂ ਜਿਹੜੀਆਂ ਸੀ ਦਸੀਆਂ। ਇਸ ਕਰਕੇ 40 ਦਿਨ ਤਾਂ 40 ਰਾਤਾਂ ਮੂਸਾ ਪਹਾੜ ਤੇ ਰਿਹਾ। ਉਹ ਤੋਂ ਬਾਅਦ 'ਚ ਫਿਰ 40 ਦਿਨ ਤਾਂ 40 ਰਾਤਾਂ ਮੂਸਾ ਪਰਮੇਸ਼ਰ ਦੀ ਹਜ਼ੂਰੀ ਤੇ ਰਿਹਾ ਤੇ ਉੱਥੇ ਉਹ ਗੱਲਾਂ ਪਰਮੇਸ਼ਰ ਨੇ ਦਿੱਤੀਆਂ ਜਿਹੜੀਆਂ ਅੱਜ ਸਾਰੇ ਸੰਸਾਰ ਦੇ ਲਈ ਆ, ਸਾਰੀ ਦੁਨੀਆ ਦੇ ਲਈ ਆ। ਜਿਨ੍ਹਾਂ ਹੁਕਮਾਂ ਨੂੰ ਪੜ੍ਹ ਕੇ ਅਸੀਂ ਸੁਣ ਕੇ ਉਹਨਾਂ ਤੇ ਚੱਲ ਕੇ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਹਾਂ। ਇਸ ਕਰਕੇ ਮੂਸਾ ਪਰਮੇਸ਼ਰ ਦੇ ਬਹੁਤ ਜ਼ਿਆਦਾ ਅਧੀਨ ਸੀ ਤੇ ਇਸ ਕਰਕੇ ਜਿੱਦਾਂ ਉਹ ਅਧੀਨ ਸੀ ਤੇ ਪਰਮੇਸ਼ਰ ਚਾਹੁੰਦਾ ਆ ਵੀ ਅਸੀਂ ਵੀ ਉਹਦੇ ਇਦਾਂ ਹੀ ਅਧੀਨ ਹੋਈਏ। ਹਾਲੇਲੂਇਆ। ਹਾਲੇਲੂਇਆ। ਅਸੀਂ ਵੀ ਉਹਦੇ ਇਦਾਂ ਹੀ ਅਧੀਨ ਹੋਈਏ ਜਿੱਦਾਂ ਅਸੀਂ ਵਚਨ 'ਚ ਪੜ੍ਹਿਆ ਕਿ ਮਿਸਰ ਦੇ ਵਿੱਚ ਜਦੋਂ ਮੂਸਾ ਆਪਣਾ ਢਾਂਗਾ ਜਿਹੜਾ ਚੁੱਕਦਾ ਸੀ ਤੇ 10 ਤਰ੍ਹਾਂ ਦੀਆਂ ਬਾਬਾ ਜਿਹੜੀਆਂ ਪਈਆਂ ਉੱਥੇ ਤੇ ਜਿੱਥੇ ਇਸਰਾਇਲੀ ਲੋਕ ਸੀ ਉੱਥੇ ਇੱਕ ਵੀ ਬਾਬਾ ਨਹੀਂ ਪਈ ਪਰ ਮਿਸਰੀਆਂ ਤੇ 10 ਬਾਬਾ ਪਈਆਂ ਤੇ ਪਰਮੇਸ਼ਰ ਦਾ ਦਾਸ ਤੇ ਮੂਸਾ ਦੇ ਦੁਆਰਾ ਪਰਮੇਸ਼ਰ ਇਸਰਾਇਲੀ ਲੋਕਾਂ ਨੂੰ ਉੱਥੋਂ ਲੈ ਕੇ ਆਇਆ, ਕਨਾਨ ਦੀ ਧਰਤੀ ਤੇ ਲੈ ਕੇ ਆਇਆ। ਇਸ ਕਰਕੇ ਅਸੀਂ ਵਚਨ 'ਚ ਪੜ੍ਹਿਆ ਉਹ ਮਰਦ ਮੂਸਾ ਪ੍ਰਿਥਵੀ ਉੱਤੇ ਸਾਰੇ ਆਦਮੀਆਂ ਨਾਲੋਂ ਬਹੁਤ ਅਧੀਨ ਸੀ, ਬਹੁਤ ਜ਼ਿਆਦਾ ਅਧੀਨ ਸੀ। ਅਧੀਨ ਦਾ ਮਤਲਬ ਵੀ ਪਰਮੇਸ਼ਰ ਜਿੱਦਾਂ ਤੇਰਾ ਬਚਨਿਆ ਮੈਂ ਉਦਾਂ ਹੀ ਮੰਨਾਂਗਾ। ਪਰਮੇਸ਼ਰ ਜਿੱਦਾਂ ਤੂੰ ਕਹਿੰਦਾ ਆ ਉਦਾਂ ਹੀ ਮੈਂ ਕਰਾਂਗਾ। ਹਾਲੇਲੂਇਆ। ਹਾਲੇਲੂਇਆ। ਹਾਂ, ਜਸ਼ਾਯਾ ਵੀ ਬਿਆਨ ਕਰਦਾ ਜਿਵੇਂ 66 ਅਧਿਆਏ ਉਹਦੀ ਪਹਿਲੀ ਆਇਤ ਅਸੀਂ ਪੜਾਂਗੇ। ਪਰਮੇਸ਼ਰ ਦਾ ਦਾਸ ਜਸ਼ਾਯਾ ਨਬੀ ਇੱਥੇ ਬਿਆਨ ਕਰਦਾ ਆ। ਇਹ ਉਹਦੀ ਅਸੀਂ ਪਹਿਲੀ ਆਇਤ ਵੀ ਪੜ ਸਕਦੇ ਹਾਂ। 66 ਅਧਿਆਏ ਉਹਦੀ ਪਹਿਲੀ ਆਇਤ ਤੋਂ ਅਸੀਂ ਪੜਾਂਗੇ। ਪਰਮੇਸ਼ਰ ਦਾ ਦਾਸ ਜਸ਼ਾਯਾ ਇਸ ਤਰ੍ਹਾਂ ਆਖਦਾ, ਉਹ ਵੀ ਅਧੀਨਗੀ ਦੀ ਗੱਲ ਕਰਦਾ। ਹਾਂਜੀ। ਯਹੋਵਾ ਇਉਂ ਆਖਦਾ ਹੈ ਕਿ ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਹਾਂ, ਜਸ਼ਾਯਾ ਪਰਮੇਸ਼ਰ ਦਾ ਪ੍ਰੇਮੀ ਬਿਆਨ ਕਰਦਾ, ਕਹਿੰਦਾ ਪਰਮੇਸ਼ਰ ਇਉਂ ਆਖਦਾ ਆਕਾਸ਼ ਮੇਰਾ ਸਿੰਘਾਸਨ ਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ। ਵੇ ਪਰਮੇਸ਼ਰ ਆਪਣੀ ਸਮਰੱਥਾ, ਆਪਣੀ ਹਜ਼ੂਰੀ ਔਰ ਆਪਣੇ ਕੰਮਾਂ ਨੂੰ ਬਿਆਨ ਕਰਦਾ। ਉਹ ਹਾਂ, ਅੱਗੇ ਪੜ੍ਹ ਦਿਓ। ਉਹ ਭਵਨ ਫੇਰ ਕਿਹੋ ਜਿਹਾ ਹੋਵੇਗਾ ਜੋ ਤੁਸੀਂ ਮੇਰੇ ਲਈ ਬਣਾਓਗੇ। ਹਾਂ, ਉੱਥੇ ਇਸਰਾਇਲੀ ਲੋਕਾਂ ਨੂੰ ਪਰਮੇਸ਼ਰ ਕਹਿੰਦਾ ਉਹ ਭਵਨ ਕਿਹੋ ਜਿਹਾ ਹੋਊਗਾ ਜਿਹੜਾ ਤੁਸੀਂ ਮੇਰੇ ਲਈ ਬਣਾਓਗੇ। ਵੀ ਮੈਂ ਕਿੱਥੇ ਬਸਾਂਗਾ? ਵੀ ਧਰਤੀ ਤਾਂ ਮੇਰੇ ਪੈਰ ਰੱਖਣ ਦੀ ਚੌਂਕੀ ਆ ਤੇ ਆਕਾਸ਼ ਮੇਰਾ ਕੀ ਆ? ਸਿੰਘਾਸਨ ਆ। ਵੀ ਕਿੱਡਾ ਕੁ ਭਵਨ ਬਣਾਓਗੇ ਮੈਂ ਉਹਦੇ ਵਿੱਚ ਆ ਕੇ ਰਹੂੰਗਾ। ਉਹ ਆਪਣੀ ਸਮਰੱਥਾ ਜਿੱਦਾਂ ਕਹਿ ਸਕਦੇ ਆ ਵੀ ਉਹ ਆਪਣੀ ਬੇਹੱਦ ਸਮਰੱਥਾ, ਬੇਹੱਦ ਹਜ਼ੂਰੀ ਨੂੰ ਬਿਆਨ ਕਰਦਾ ਆ। ਵੀ ਆਕਾਸ਼ ਮੇਰਾ ਸਿੰਘਾਸਨ, ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਆ ਤੇ ਕਿਹੋ ਜਿਹਾ ਭਵਨ ਤੁਸੀਂ ਬਣਾਓਗੇ ਮੈਂ ਜਿੱਥੇ ਆ ਕੇ ਆਰਾਮ ਕਰੂੰਗਾ, ਰਵਾਂਗਾ। ਅੱਗੇ। ਹਾਂਜੀ। ਅਤੇ ਮੇਰੀ ਆਰਾਮਗਾਹ ਫਿਰ ਕਿੱਥੇ ਹੋਵੇਗੀ? ਮੇਰੀ ਆਰਾਮਗਾਹ ਕਿੱਥੇ ਹੋਵੇਗੀ? ਕਿੱਥੇ ਮੈਂ ਬਸਾਂਗਾ? ਹਾਂਜੀ। ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ ਬਣਾਇਆ ਹੈ। ਹਾਂ, ਇਹਨਾਂ ਸਭਨਾਂ ਨੂੰ ਮੇਰੇ ਹੀ ਹੱਥ ਨੇ। ਇਹਨਾਂ ਸਭਨਾਂ ਨੂੰ ਕਿਹਨਾਂ ਨੂੰ? ਸਾਰਾ ਕੁਝ। ਹਾਲੇਲੂਇਆ। ਸਾਰਾ ਕੁਝ ਅਸੀਂ ਜਦੋਂ ਦੇਖਦੇ ਆ, ਆਕਾਸ਼, ਧਰਤੀ, ਸੂਰਜ, ਚੰਦਰਮਾ, ਤਾਰੇ, ਪਸ਼ੂ, ਪੰਛੀ, ਜੀਵ ਜੰਤੂ, ਮਨੁੱਖ, ਜ਼ਮੀਨ ਦੀ ਮਿੱਟੀ ਤੋਂ ਰਚੇ ਹਰ ਚੀਜ਼ ਨੂੰ
ਮੇਰੇ ਹੀ ਹੱਥ ਨੇ ਬਣਾਇਆ ਹੈ। ਸਾਰਾ ਕੁਝ ਮੇਰੇ ਹੱਥ ਨੇ ਬਣਾਇਆ ਆ। ਮੇਰੇ ਹੱਥ ਤੋਂ ਭਾਵ ਕਿ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਸਾਰਾ ਕੁਝ ਰਚਿਆ ਗਿਆ ਆ। ਸਾਰਾ ਕੁਝ ਉਹਦੇ ਆਤਮਾ ਦੇ ਦੁਆਰਾ ਰਚਿਆ ਗਿਆ, ਮੇਰੇ ਹੀ ਹੱਥ ਨੇ ਬਣਾਇਆ ਹੈ। ਅੱਗੇ ਹਾਂਜੀ, ਇਉਂ ਇਹ ਸਭ ਹੋ ਗਏ। ਹਾਂ ਵੀ ਆਤਮਾ ਦੇ ਦੁਆਰਾ ਪਰਮੇਸ਼ਰ ਨੇ ਰਚਿਆ, ਆਪਣੇ ਸ਼ਬਦ ਦੇ ਦੁਆਰਾ ਇਉਂ ਸਾਰਾ ਕੁਝ ਹੋ ਗਿਆ। ਜਿਵੇਂ ਸ਼ੁਰੂ 'ਚ ਅਸੀਂ ਦੇਖਦੇ ਹਾਂ ਵੀ ਪਰਮੇਸ਼ਰ ਨੇ ਆਖਿਆ ਚਾਨਣ ਹੋਵੇ ਤਾਂ ਚਾਨਣ ਹੋ ਗਿਆ। ਪਰਮੇਸ਼ਰ ਨੇ ਪਾਣੀਆਂ ਨੂੰ, ਉੱਪਰਲੇ ਪਾਣੀ ਵੱਖਰੇ ਕੀਤੇ, ਥੱਲੇਲੇ ਪਾਣੀ ਵੱਖਰੇ, ਤੇ ਪਰਮੇਸ਼ਰ ਨੇ ਅੰਬਰ ਨੂੰ ਬਣਾਇਆ ਜਿਹਨੂੰ ਆਕਾਸ਼ ਆਖਿਆ। ਵੀ ਹਰ ਚੀਜ਼ ਜਿਹੜੀ ਆ ਪਰਮੇਸ਼ਰ ਦੇ ਮੁਖ ਦੇ ਵਚਨ ਦੇ ਨਾਲ ਰਚੀ ਗਈ, ਪੁੱਤਰ ਆਤਮਾ ਦੀ ਸਮਰੱਥਾ ਦੇ ਨਾਲ ਰਚੀ ਗਈ ਆ। ਵੀ ਸਾਰਾ ਕੁਝ ਮੈਂ ਰਚਿਆ ਹੈ। ਅੱਗੇ, ਯਹੋਵਾ ਦਾ ਵਾਕ ਹੈ, ਹਾਂਜੀ, ਮੈਂ ਅਜਿਹੇ ਜਨ ਉੱਤੇ ਨਿਗਾਹ ਰੱਖਾਂਗਾ, ਅਧੀਨ ਉੱਤੇ ਅਤੇ ਨਿਮਰ ਆਤਮਾ ਵਾਲੇ ਉੱਤੇ, ਜੋ ਹਾਲੇਲੂਇਆ। ਮੇਰੇ ਬਚਨ ਤੋਂ ਕੰਬ ਜਾਂਦਾ ਹੈ। ਅਜਿਹੇ ਜਨ ਵੀ ਹੈਗਾ ਮਹਾਨ ਏਤਾ, ਉਹ ਸਮਰੱਥੀ ਆ, ਵਿਕਾਸ਼ ਦੇ ਧਰਤੀ ਬਣਾਏ, ਉਹਨਾਂ ਦੇ ਵਿੱਚ ਸਮਾ ਨਹੀਂ ਸਕਦਾ। ਪਰ ਮੈਂ ਅਜਿਹੇ ਜਨ ਤੇ ਨਿਗਾਹ ਰੱਖਾਂਗਾ, ਅਧੀਨ ਉੱਤੇ ਤੇ ਨਿਮਰ ਆਤਮਾ ਵਾਲੇ ਉੱਤੇ, ਜਿਹੜਾ ਮੇਰੇ ਵਚਨ ਤੋਂ ਕੰਬ ਜਾਂਦਾ। ਵੀ ਜਿਹੜਾ ਮੇਰੇ ਕੋਲੋਂ ਡਰਦਾ ਆ ਉਹਦੇ ਤੇ ਨਿਗਾਹ ਰੱਖਾਂਗਾ। ਹਾਲੇਲੂਇਆ। ਉਹਦੇ ਤੇ ਨਿਗਾਹ ਰੱਖਾਂਗਾ, ਉਹਨੂੰ ਸੰਭਾਲਾਂਗਾ, ਉਹਨੂੰ ਬਰਕਤ ਦਿਆਂਗਾ, ਉਹਨੂੰ ਹਮੇਸ਼ਾ ਦੀ ਜ਼ਿੰਦਗੀ ਦਿਆਂਗਾ। ਹਾਲੇਲੂਇਆ। ਅਜਿਹੇ ਜਨ ਤੇ ਨਿਗਾਹ ਰੱਖਾਂਗਾ, ਅਧੀਨ ਉੱਤੇ ਨਿਮਰ ਆਤਮਾ ਵਾਲੇ ਉੱਤੇ, ਜਿਹੜਾ ਮੇਰੇ ਵਚਨ ਤੋਂ ਕੰਬ ਜਾਂਦਾ ਆ। ਇਸ ਕਰਕੇ ਇੱਥੇ ਪਰਮੇਸ਼ਰ ਨੇ ਆਪਣੇ ਦਾਸ ਯਸ਼ਾਯਾ ਨਬੀ ਦੇ ਦੁਆਰਾ ਇਹ ਗੱਲ ਕਹੀ ਆ ਵੀ ਉਸ ਇਨਸਾਨ ਤੇ ਮੈਂ ਆਪਣੀ ਕਿਰਪਾ ਕਰਾਂਗਾ, ਉਸ ਇਨਸਾਨ ਤੇ ਕਿਰਪਾ ਕਰਾਂਗਾ ਜਿਹੜਾ ਮੇਰੇ ਤੋਂ ਡਰ ਜਾਂਦਾ ਆ, ਜਿਹੜਾ ਮੇਰੇ ਵਚਨ ਤੋਂ ਕੰਬ ਜਾਂਦਾ, ਜਿਹੜਾ ਮੇਰੇ ਕੋਲੋਂ ਡਰਦਾ, ਉਹਦੇ ਤੇ ਆਪਣੀ ਕਿਰਪਾ ਜਿਹੜੀ ਬਣਾ ਕੇ ਰੱਖਾਂਗਾ। ਉਹਦੇ ਜੀਵਨ 'ਚ ਵਾਅਦੇ ਪੂਰੇ ਹੋਣਗੇ, ਉਸ ਜੀਵਨ ਨੂੰ ਆਸ਼ੀਸ਼ ਦਊਂਗਾ, ਉਹਦੇ ਨਾਲ ਮੇਰੀ ਹਜ਼ੂਰੀ ਸਦਾ ਬਣੀ ਰਹੂਗੀ। ਇਸ ਕਰਕੇ ਵੱਖੋ ਵੱਖਰੇ ਪ੍ਰੇਮੀਆਂ ਬਾਰੇ ਅਸੀਂ ਜਦੋਂ ਦੇਖਦੇ ਹਾਂ ਤੇ ਜਿਹੜੇ ਉਹ ਤੋਂ ਡਰਦੇ ਰਹੇ, ਕੰਬਦੇ ਰਹੇ, ਜਿਵੇਂ 28 ਜ਼ਬੂਰ ਉਹਦੀ ਪਹਿਲੀ ਆਇਤ ਦੇ ਵਿੱਚ ਦਾਊਦ ਵੀ ਲਿਖਦਾ, ਇੱਕ ਆਇਤ ਅਸੀਂ ਪੜ੍ਹ ਸਕਦੇ ਹਾਂ 28 ਜ਼ਬੂਰ ਉਹਦੀ 128 ਜ਼ਬੂਰ ਉਹਦੀ ਪਹਿਲੀ ਆਇਤ ਦੇ ਵਿੱਚ ਅਸੀਂ ਪੜਾਂਗੇ। ਇੱਥੇ ਪਰਮੇਸ਼ਰ ਦਾ ਪ੍ਰੇਮੀ ਦਾਊਦ ਵੀ ਇਸ ਤਰ੍ਹਾਂ ਆਖਦਾ, 128 ਜ਼ਬੂਰ ਉਹਦੀ ਪਹਿਲੀ ਆਇਤ ਅਸੀਂ ਪੜਾਂਗੇ। ਧਨ ਹੈ ਹਰੇਕ ਜੋ ਯਹੋਵਾ ਦਾ ਭੈ ਮੰਨਦਾ ਹੈ ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ। ਹਾਂ, ਇੱਥੇ ਦਾਊਦ ਇਹ ਗੱਲ ਕਹਿੰਦਾ ਧਨ ਆ ਉਹ ਮਨੁੱਖ ਜਿਹੜਾ ਪਰਮੇਸ਼ਰ ਦਾ ਭੈ ਮੰਨਦਾ ਤੇ ਉਹਦੇ ਰਾਹਾਂ ਤੇ ਚੱਲਦਾ। ਬਹੁਤ ਅਧੀਨਗੀ ਦਾ ਮਤਲਬ ਉਹਦਾ ਡਰ ਮੰਨਣਾ, ਉਹਦਾ ਡਰ ਮੰਨਣ ਦਾ ਮਤਲਬ ਉਹਦੇ ਰਾਹਾਂ ਤੇ ਚੱਲਣਾ। ਹਾਲੇਲੂਇਆ, ਹਾਲੇਲੂਇਆ। ਉਹਦੇ ਰਾਹਾਂ ਤੇ ਚੱਲਣਾ, ਅਧੀਨ ਹੋਣ ਦਾ ਮਤਲਬ ਉਹਦਾ ਡਰ ਮੰਨਣਾ, ਤੇ ਡਰ ਮੰਨਣ ਦਾ ਮਤਲਬ ਉਹਦੇ ਰਾਹਾਂ ਤੇ ਚੱਲਣਾ, ਉਹਦੇ ਰਾਹਾਂ ਤੇ ਚੱਲਣ ਦਾ ਮਤਲਬ ਉਹਦੇ ਵਚਨ ਦੀ ਪਾਲਣਾ ਕਰਨੀ। ਤੇ ਇਹ ਜਿਹੜਾ ਪੂਰਾ ਜ਼ਬੂਰ ਹੈ ਇਹਦੇ ਵਿੱਚ ਬੜੀਆਂ ਆਸ਼ੀਸ਼ਾਂ ਲਿਖੀਆਂ ਗਈਆਂ ਵੀ ਜਿਹੜਾ ਉਹਦਾ ਡਰ ਮੰਨਦਾ ਉਹਦੇ ਘਰ 'ਚ ਆਸ਼ੀਸ਼ ਆਊ, ਉਹਦੀ ਪਤਨੀ ਤੇ ਕਿਰਪਾ, ਉਹਨੂੰ ਬੱਚਿਆਂ ਦੀ ਆਸ਼ੀਸ਼, ਉਹ ਦੋਤਰੇ ਪੋਤਰੇ ਵੇਖੇਗਾ। ਵੀ ਸਾਰੀਆਂ ਆਸ਼ੀਸ਼ਾਂ ਦੀ ਗੱਲ ਬਿਆਨ ਹੈ ਇੱਥੇ। ਬਈ ਜਦੋਂ ਪਰਮੇਸ਼ਰ ਦਾ ਡਰ ਆਉਂਦਾ, ਉਹਦੀ ਅਧੀਨਗੀ ਆਉਂਦੀ ਆ, ਤੇ ਬਰਕਤ ਦਾ ਇੱਕ ਇੱਕ ਬਚਨ ਪਰਮੇਸ਼ਰ ਉਸ ਇਨਸਾਨ ਦੇ ਜੀਵਨ 'ਚ ਪੂਰਾ ਕਰ ਦਿੰਦਾ ਆ, ਤੇ ਉਹਦੀ ਆਪਣੇ ਦੂਤਾਂ ਦੇ ਦੁਆਰਾ ਰਾਖੀ ਕਰਦਾ। ਜਿਵੇਂ ਅਸੀਂ ਬਚਨ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਇਸਰਾਇਲੀ ਲੋਕ ਮਿਸਰ ਤੋਂ ਆ ਰਹੇ ਸੀ ਤੇ ਪਰਮੇਸ਼ਰ ਦਾ ਦੂਤ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ। ਪਰਮੇਸ਼ਰ ਦਾ ਦੂਤ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ, ਜਿਸ ਦੂਤ ਦੇ ਦੁਆਰਾ ਉਹਨਾਂ ਲੋਕਾਂ ਦੀ ਰਾਖੀ ਹੋਈ। ਸਮੁੰਦਰ ਦੇ ਵਿੱਚ ਦੀ ਰਸਤਾ ਬਣ ਗਿਆ, ਮਿਸਰੀਆਂ ਤੋਂ ਛੁਟਕਾਰਾ ਮਿਲਿਆ, ਔਰ ਬਹੁਤ ਸਾਰੇ ਰਾਜੇ ਜਿਹੜੇ ਸੀ ਉਹਨਾਂ ਦੇ ਸਾਹਮਣੇ ਆਏ ਉਹਨਾਂ ਨਾਲ ਯੁੱਧ ਕਰਨ ਲਈ, ਤੇ ਸਾਰੇ ਰਾਜਿਆਂ ਨੂੰ ਖਤਮ ਕਰ ਦਿੱਤਾ ਗਿਆ। ਉਹ ਦੂਤ ਜਿਹੜਾ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ, ਜਿਹਦੇ ਬਾਰੇ ਲਿਖਿਆ ਕਿ ਦਿਨ ਨੂੰ ਬੱਦਲ ਦੇ ਥੰਮ ਦੇ ਵਿੱਚ ਤੇ ਰਾਤ ਨੂੰ ਅੱਗ ਦੇ ਥੰਮ ਦੇ ਵਿੱਚ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ ਪਰਮੇਸ਼ਰ ਦਾ ਦੂਤ, ਤੇ ਉਹ ਇਸਰਾਇਲੀ ਲੋਕਾਂ ਨੂੰ ਕਨਾਨ ਦੀ ਧਰਤੀ ਤੇ ਪਹੁੰਚਾਇਆ ਤੇ ਸਾਰੇ ਸਫ਼ਰ ਦੇ ਵਿੱਚ ਉਹਨਾਂ ਦੀ ਰਾਖੀ ਕੀਤੀ। ਇਸ ਕਰਕੇ ਅਸੀਂ ਵਚਨ ਦੇ ਵਿੱਚੋਂ ਪੜ੍ਹਿਆ ਕਿ ਦਾਊਦ ਪਰਮੇਸ਼ਰ ਦਾ ਪ੍ਰੇਮੀ ਕਹਿੰਦਾ ਧੰਨ ਆ ਹਰੇਕ ਜਿਹੜਾ ਪਰਮੇਸ਼ਰ ਦਾ ਭੈ ਮੰਨਦਾ ਤੇ ਉਹਦੇ ਰਾਹਾਂ ਤੇ ਚੱਲਦਾ ਆ।
तो अगे जेकर असी पढ़िए लिखिया, तू अपने हत्थां दी कमाई जरूर खाएगा, तू धन होवेगा, तेरा भला होवेगा, तेरी पत्नी फलदार दाह वांगू तेरे घर दे अंदर होवेगी, तेरे बच्चे जैतून दे बूटियां वांगू तेरी मेज दे दुआले होणगे, तू अपने दोतरे पोतरे वेखेगा। सो इस करके बरकत दा एक एक वचन जदों बहुत अधीनगी आ, जदों आग्याकारी वाली गल आ, ते बरकत दा एक एक वचन परमेश्वर उस इंसान दे जीवन च पूरा करूगा। हालेलुया। बरकत दा एक एक वचन उस इंसान दे जीवन च पूरा करूगा। थोड़ा एक दो आयतां असीं होर देखांगे। अयूब दी पुस्तक असीं कर सकदे हां। अयूब दी पुस्तक एक अध्याय ओहदी एक आयत तो असीं शुरू करांगे। अयूब नामे उस दे देश विच एक मनुख सी। हाँ, इत्थे अयूब दे बारे लिखिया, अयूब नामे उस देश दा ना, उस दे देश विच एक मनुख सी। अयूब दी पुस्तक एक अध्याय, जबूरां दी पोथी तो पहला अयूब है, अयूब ओहदे नाल जबूरां दी पोथी आ। अयूब दी पुस्तक एक अध्याय ओहदी एक तो शुरू करांगे। हाँ जी। अयूब नामे उस दे देश विच एक मनुख सी। हाँ, अते ओ एक पूरा ते खरा मनुख सी। हाँ, इत्थे हुण असीं जिद्दां मूसा बारे पढ़िया ना, परमेश्वर कहंदा भी मूसा वर्गा धरती ते कोई आदमी नहीं, बहुत दीन। ते जिद्दां मूसा बारे परमेश्वर ने कहा, इदां अयूब बारे भी कहा। हालेलुया। अयूब बारे भी परमेश्वर ने कहा, शैतान नूं कहा बे अयूब वर्गा मनुख धरती ते कोई भी नहीं। असीं पढ़िया, वो एक पूरा ते खरा मनुख सी। अयूब एक पूरा ते खरा मनुख सी, पूरा सी, बे दुखां विच भी ओहदी रजा च रहण वाला, खुशहाली दे विच भी ओहदा आग्याकार ते दुखां दे विच भी आग्याकार। फिर पढ़ दिओ एक बारी। हाँ जी। अयूब नामे उस दे देश विच एक मनुख सी। हाँ जी। अते ओ एक पूरा ते खरा मनुख सी। वो एक पूरा ते खरा मनुख सी। हाँ जी। जो परमेश्वर तो डरदा अते बदी तो परे रहंदा सी। हाँ, बहुत अधीनगी वाली गल। हालेलुया। जो परमेश्वर तो डरदा ते बदी तो परे, जो परमेश्वर तो डरदा ते बदी तो परे रहिंदा सी, ते परमेश्वर ने बड़ी आशीष दित्ती ओनू उस समय दे विच। लिखिया, पूरब दे लोकां विच सब तो वड्डा मनुख सी। जेकर आशीषां दी पढ़िए ते एक आयत असीं पढ़ सकदे। पढ़ दिओ अगे। हाँ जी। ओदा माल 7000 भेडां। हाँ जी। 3000 ऊंट। हाँ जी। 500 जोड़ी बलद अते 500 गधियां अते ओदे बहुत सारे नौकर चाकर सन। हाँ जी। क्यों ओ पूरब दे सारे लोकां विच सब तो वड्डा मनुख सी। इਉਂ ਉਹ पूरब दे लोकां विच सब तो वड्डा मनुख सी। हालेलुया। ਉਹ ਜਿਹੜਾ पूरा ते खरा मनुख सी, ਜਿਹੜਾ बदी तो परे रहिंदा ते परमेश्वर तो डरदा सी, ते परमेश्वर ने ਉਹਨੂੰ कोई घाट रहन नहीं दित्ती। जिद्दां अज ते सुनिया बे हालात बड़े ਉਹਦੇ जीवन च आए, चला गया सारा कुछ, पर परमेश्वर ने ਉਹਨੂੰ दुगनी आशीष मुड़ के दे दित्ती। और बीमार भी हो गया, दुख वाले हालात आए, पर उन्हां हालातां दे विच भी जिद्दां लिखिया, ਉਹਦੀ तीमी भी कहंदी सी भी हुण परमेश्वर नूं फटकार ते मर जा, पर वो कहंदा जिवें झल्लियां तीवियां बोलदी आ इदां तू बोलदी आ, चंगा चंगा ते लईए माड़ा ना लईए। ते इस विच भी अयूब ने कोई भी पाप नहीं कीता। जदों सारा कुछ चला गया, लिखिया जदों सारा कुछ चला गया, परमेश्वर ने दिता सी, परमेश्वर ने ले लिया, ओहदा नां की होवे? मुबारक होवे। हालेलुया। हालेलुया। पूरे दी गल आ, ये पूरे भगत दी गल आ, ये पूरे भगत दी पूरा बे दुखां विच भी धन्नवाद, दुखां विच भी प्रार्थना, दुखां दे विच भी अधीनगी दे विच रहा हो। हालेलुया। जिहड़ा परमेश्वर तो डरदा ते बदी तो परे रहिंदा सी, वो पूरा ते खरा मनुख सी, पूरा ते खरा सी, परमेश्वर तो डरदा ते बदी तो परे रहिंदा सी। परमेश्वर ने बड़ियां आशीषां दित्तियां ओनू, चलियां गईयां आशीषां, पर उन्हां हालातां दे विच भी खड़ा रहा। जिवें अज असीं देखदे हां भी बड़ा डर खौफ है लोगों को कोरोना वायरस करके, बड़े तरह के हालात है, पर परमेश्वर के जिहड़े लोग है उन्होंने निश्चय दे विच तकड़े हो के उहदे राह ते चलदे रहना चाहिए, ते उहदी किरपा दी इंतजार करते रहना चाहिए, क्योंकि उहदा वचन आ भी तुहाडे सिर दा भी एक भी बाल विंगा नहीं होऊगा, धीरज नाल तुसीं अपणियां जानां नूं कमाओगे। हालेलुया। हालेलुया। इत्थे असीं पढ़िया जिहड़ा प्रभु ने कहा ना, धीरज नाल तुसीं जानां नूं कमाओगे, ये गल अयूब दे जीवन च पूरी हुई।
ਇਹ ਗੱਲ ਅਯੂਬ ਦੇ ਜੀਵਨ 'ਚ ਕੀ ਹੋਈ? ਪੂਰੀ ਹੋਈ। ਪ੍ਰਭੂ ਨੇ ਨਵੇਂ ਨੇਮ 'ਚ ਇਹ ਗੱਲ ਕਹੀ, ਪਰ ਪੁਰਾਣੇ ਨੇਮ ਦਾ ਇਹ ਪ੍ਰੇਮੀ ਰੱਬ ਦਾ ਜਿਹੜਾ ਅਯੂਬ ਆ ਉਹਦੇ ਜੀਵਨ 'ਚ ਗੱਲ ਪੂਰੀ ਹੋਈ ਵੀ ਧੀਰਜ ਨਾਲ ਉਹਦੀ ਕਿਰਪਾ ਦੀ ਇੰਤਜ਼ਾਰ ਕਰਦਾ ਰਿਹਾ। ਉਹ ਕਹਿੰਦਾ ਆ, ਉਹ ਆਪਣੀ ਪੱਕੀ ਨੇਚਾ ਦੱਸਦਾ, ਕਹਿੰਦਾ ਅਜੇ ਵੀ ਕਹਿੰਦਾ ਮੈਨੂੰ ਵਿਸ਼ਵਾਸ ਹੈ ਵੀ ਮੇਰਾ ਜਿਹੜਾ ਨਿਸਤਾਰਾ ਦੇਣ ਵਾਲਾ ਜਿਉਂਦਾ ਆ, ਉਹ ਜ਼ਰੂਰ ਮੈਨੂੰ ਖੜਾ ਕਰੂਗਾ। ਹਾਲੇਲੂਇਆ। ਅਯੂਬ ਆਪਣਾ ਬੁਰਾ ਹਾਲ ਤੇ ਪੱਕੀ ਨਿਸ਼ਚਾ ਦੱਸਦਾ, ਆਪਣੇ ਬੁਰਾ ਹਾਲ ਦੱਸਦਾ ਵੀ ਇਸ ਤਰ੍ਹਾਂ ਮੇਰੇ ਨਾਲ ਹੋ ਰਹੀ। ਫਿਰ ਉਹ ਕਹਿੰਦਾ ਮੈਨੂੰ ਅਜੇ ਵੀ ਆਸ ਆ ਕਿ ਮੇਰਾ ਨਿਸਤਾਰਾ ਦੇਣ ਵਾਲਾ, ਛੁਟਕਾਰਾ ਦੇਣ ਵਾਲਾ ਕੀ ਆ? ਜਿੰਦਾ ਆ, ਤੇ ਅਖੀਰ ਮੈਨੂੰ ਉਹ ਖੜਾ ਕਰੂਗਾ। ਹਾਲੇਲੂਇਆ। ਤੇ ਉਹੋ ਹੀ ਸਮਾਂ ਆਇਆ ਜਦੋਂ ਪਰਮੇਸ਼ਰ ਨੇ ਉਹਦੇ ਨਸੀਬਾਂ ਨੂੰ ਬਹਾਲ ਕਰ ਦਿੱਤਾ ਤੇ ਪਹਿਲਾਂ ਨਾਲੋਂ ਦੁੱਗਣੀ ਆਸ਼ੀਸ਼ ਦੇਤੀ। ਔਰ ਲਿਖਿਆ ਵੀ ਅਯੂਬ 140 ਸਾਲ ਦੁੱਖ ਕਸ਼ਟ ਜਦੋਂ ਆਇਆ, ਉਹ ਤੋਂ ਬਾਅਦ 140 ਸਾਲ ਹੋਰ ਜਿਉਂਦਾ ਰਿਹਾ ਉਹ। ਹਾਲੇਲੂਇਆ। ਅਯੂਬ ਦੀ ਜਿਹੜੀ ਆਖਰੀ ਅਵਸਥਾ ਸੀ, ਪਹਿਲੀ ਅਵਸਥਾ ਤੋਂ ਵੱਧ ਉਹਨੂੰ ਬਰਕਤ ਦਿੱਤੀ, ਤੇ ਜਦੋਂ ਵੱਧ ਬਰਕਤ ਦਿੱਤੀ ਤਾਂ ਉਸ ਸਮੇਂ ਵਿੱਚ 140 ਸਾਲ ਫੇਰ ਉਹ ਜਿਉਂਦਾ ਰਿਹਾ। ਕਿਹੜਾ? ਜਿਹੜਾ ਪੂਰਾ ਤੇ ਖਰਾ ਮਨੁੱਖ ਸੀ, ਜਿਹੜਾ ਪਰਮੇਸ਼ਰ ਤੋਂ ਡਰਦਾ ਤੇ ਬਦੀ ਤੋਂ ਪਰੇ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਅਸੀਂ ਬਚਨ ਚ ਪੜਿਆ, ਪਰਮੇਸ਼ਰ ਨੂੰ ਸ਼ੈਤਾਨ ਕਹਿੰਦਾ ਆ, ਸ਼ੈਤਾਨ ਪਰਮੇਸ਼ਰ ਨੂੰ ਕਹਿੰਦਾ ਤੂੰ ਉਹਦੇ ਹੱਥ ਦੇ ਕੰਮ 'ਚ ਬਰਕਤ ਦਿੱਤੀ ਆ ਵੀ ਇਸ ਕਰਕੇ ਉਹਦਾ ਮਾਲ ਧਨ ਧਰਤੀ ਤੇ ਵੱਧ ਗਿਆ, ਉਹ ਤੇਰੀ ਵਡਿਆਈ ਕਰਦਾ ਆ। ਤੇ ਪਰਮੇਸ਼ਰ ਨੇ ਕਿਹਾ ਉਹਨੂੰ ਉਤੋਂ ਹੱਥ, ਪਰਮੇਸ਼ਰ ਨੂੰ ਉਹ ਕਹਿੰਦਾ ਆਪਣਾ ਹੱਥ ਹਟਾ ਲਾ ਤੇ ਉਹ ਤੈਨੂੰ ਫਟਕਾਰਾਂ ਪਾਊਗਾ। ਪਰ ਪਰਮੇਸ਼ਰ ਨੇ ਕਿਹਾ ਜੋ ਤੂੰ ਕਰਨਾ ਉਹਦੇ ਨਾਲ ਕਰਕੇ ਦੇਖ ਲੈ, ਪਰ ਮੈਨੂੰ ਆਪਣੇ ਅਯੂਬ ਪ੍ਰੇਮੀ ਤੇ ਕੀ ਆ? ਵਿਸ਼ਵਾਸ ਆ। ਉਹਦੇ ਵਰਗਾ ਕੋਈ ਵੀ ਮਨੁੱਖ ਧਰਤੀ ਤੇ ਨਹੀਂ ਗਾ। ਸੋ ਸੱਚਮੁੱਚ ਜਿਵੇਂ ਪਰਮੇਸ਼ਰ ਨੇ ਕਿਹਾ ਸੀ, ਔਰ ਅਯੂਬ ਉਸੇ ਤਰ੍ਹਾਂ ਆਪਣੇ ਸਾਰੇ ਜੀਵਨ ਦੇ ਵਿੱਚ ਉਹਦੇ ਰਾਹ ਤੇ ਚੱਲਦਾ ਰਿਹਾ। ਜਿੱਦਾਂ ਮੂਸਾ 120 ਸਾਲ ਦੀ ਉਮਰ ਤਾਈਂ ਉਹਦੇ ਰਾਹ ਤੇ ਚੱਲਦਾ ਰਿਹਾ। ਅਯੂਬ ਦੀ ਉਮਰ ਸਾਰੀ ਨਹੀਂ ਬਿਆਨ ਕੀਤੀ, ਪਰ ਦੁੱਖ ਤੋਂ ਬਾਅਦ 140 ਸਾਲ ਜੀਂਦਾ ਰਿਹਾ ਬੇ ਐਂਡ ਤਾਈਂ। ਹਾਲੇਲੂਇਆ। ਐਂਡ ਤਾਈਂ ਉਹਦੇ ਰਾਹ ਚੱਲਦਾ ਰਿਹਾ, ਬਹੁਤ ਅਧੀਨ ਤੇ ਪੂਰਾ, ਜਿਹੜਾ ਆਖਰੀ ਸਮੇਂ ਤਾਈਂ ਪਰਮੇਸ਼ਰ ਦੇ ਰਾਹ ਚੱਲਦਾ ਰਹੇ, ਚਾਹੇ ਦੁੱਖ ਹੋਣ ਤੇ ਚਾਹੇ ਸੁੱਖ ਹੋਣ। ਆਖਰੀ ਸਮੇਂ ਤੇ ਪ੍ਰਭੂ ਨੇ ਵੀ ਕਿਹਾ ਨਾ ਬੇ ਲੋਕੀ ਬੜੇ ਵਿਰੋਧ ਚ ਹੋਣਗੇ, ਮੇਰੇ ਨਾਮ ਕਰਕੇ ਸਾਰੇ ਲੋਕੀ ਤੁਹਾਡੇ ਬੈਰੀ ਹੋਣਗੇ। ਬੜਾ ਕੁਝ ਕਿਹਾ ਪ੍ਰਭੂ ਨੇ। ਤੇ ਪ੍ਰਭੂ ਨੇ ਇਹ ਅਖੀਰ ਗੱਲ ਕਹੀ, ਜਿਹੜਾ ਅਖੀਰ ਤੋੜੀ ਸਹੇਗਾ ਸੋ ਬਚਾਇਆ ਜਾਊਗਾ। ਆਖਰੀ ਸਮੇਂ ਤਾਈਂ ਜਿਹੜਾ ਤੱਕਦਾ ਰਹੂਗਾ ਪ੍ਰਭੂ ਨੂੰ, ਆਖਰੀ ਸਮੇਂ ਤੇ ਵਿਸ਼ਵਾਸ ਚ ਰਹੂਗਾ, ਆਖਰੀ ਸਮੇਂ ਤੇ ਉਹਦੀ ਆਗਿਆਕਾਰੀ ਕਰੂਗਾ, ਜਦੋਂ ਪ੍ਰਭੂ ਆਊਗਾ ਤੇ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਊਗਾ, ਜਿੱਥੇ ਉਹ ਸਦਾ ਪ੍ਰਭੂ ਦੇ ਸੰਗ ਰਹਿਣਗੇ। ਇਸ ਕਰਕੇ ਅਸੀਂ ਇਹਨਾਂ ਪ੍ਰੇਮੀਆਂ ਬਾਰੇ ਪੜ੍ਹਿਆ ਬੇ ਆਖਰੀ ਸਮੇਂ ਤਾਈਂ। ਜਦੋਂ ਦਾਊਦ ਦੀ ਅਸੀਂ ਗੱਲ ਦੇਖਦੇ ਹਾਂ, ਉਹਦੀ ਵੀ ਅਸੀਂ ਗੱਲ ਦੇਖਦੇ ਹਾਂ ਬੇ ਆਖਰੀ ਸਮੇਂ ਤਾਈਂ ਉਹਦੇ ਰਾਹ ਚੱਲਦਾ ਰਿਹਾ। ਤੇ ਜਾਣ ਲੱਗੇ ਉਹਨੇ ਆਪਣੇ ਪੁੱਤਰ ਨੂੰ ਕਿਹਾ, ਕਹਿੰਦਾ ਮੈਂ ਸਾਰੀ ਸ੍ਰਿਸ਼ਟੀ ਦੇ ਰਾਹ ਜਾਣਾ ਆ, ਪਰ ਕਹਿੰਦਾ ਤੂੰ ਤਕੜਾ ਹੋ ਕੇ ਰੱਬ ਦੇ ਬਚਨ ਦੀ ਪਾਲਣਾ ਕਰੀ, ਤਾਂ ਤੂੰ ਜਿੱਧਰ ਜਾਊਗਾ ਪਰਮੇਸ਼ਰ ਤੈਨੂੰ ਸਫਲਤਾ ਦਊਗਾ। ਤੇ ਮੂਸਾ ਬਾਰੇ ਅਸੀਂ ਸੁਣਿਆ ਵੀ ਆਖਰੀ ਸਮੇਂ ਤਾਈਂ ਉਹ ਅਧੀਨ ਬਣਿਆ ਰਿਹਾ, ਉਹਦੇ ਰਾਹ ਚੱਲਦਾ ਰਿਹਾ। ਅਯੂਬ ਬਾਰੇ ਸੁਣਿਆ, ਤੇ ਇਸ ਕਰਕੇ ਪ੍ਰਭੂ ਨੇ ਵੀ ਇਹ ਗੱਲ ਕਹੀ ਆ ਵੀ ਜਿਹੜਾ ਆਖਿਰ ਤੋੜੀ ਸਹੇਗਾ ਉਹ ਬਚਾਇਆ ਜਾਊਗਾ। ਤੇ ਇਹ ਵੀ ਪ੍ਰਭੂ ਨੇ ਕਿਹਾ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਆ। ਹਾਲੇਲੂਇਆ। ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ। ਇੱਕ ਵਚਨ ਹੋਰ ਪੜਾਂਗੇ, ਲੂਕਾ ਦੀ ਇੰਜੀਲ 21 ਅਧਿਆਏ, ਉਹਦੀ ਅਸੀਂ 18 ਤੇ 19 ਦੋ ਆਇਤਾਂ ਪੜ੍ਹ ਕੇ ਸਮਾਪਤੀ ਕਰਾਂਗੇ। ਲੂਕਾ ਦੀ ਇੰਜੀਲ 21 ਅਧਿਆਏ। ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ। ਸੁਣਾਂਗੇ ਅਸੀਂ। ਇਹ ਪ੍ਰਭੂ ਨੇ ਗੱਲ ਕਹੀ। ਅਯੂਬ ਦੇ ਬਾਰੇ ਅਸੀਂ ਦੇਖਦੇ ਸੁਣਿਆ ਪੜਿਆ ਕਿ ਸਾਰਾ ਕੁਝ ਚਲਾ ਗਿਆ, ਪਰ ਰੱਬ ਨੇ ਉਹਨੂੰ ਦੁਬਾਰਾ ਮੁੜ ਕੇ ਆਸ਼ੀਸ਼ ਦੇ ਦਿੱਤੀ। ਬੜੇ ਦੁੱਖ ਵਾਲੇ ਹਾਲਾਤ ਹੋਏ, ਉਹਦੇ ਕੋੜ ਹੋ ਗਿਆ, ਕੀੜੇ ਪੈ ਗਏ, ਬੜਾ ਕੁਝ ਆਇਆ, ਪਰ ਰੱਬ ਨੇ ਉਹਨੂੰ ਚੰਗਿਆਈ ਦੇ ਦਿੱਤੀ। ਤੇ ਜਦੋਂ ਦੁਨੀਆ ਤੋਂ ਗਿਆ, ਉਹ ਬੜਾ ਸੁਖ ਸਾਂਦ ਖੁਸ਼ੀ ਉਹਦੀ ਮਹਿਮਾ ਉਪਾਸਨਾ ਕਰਦਾ ਹੋਇਆ ਚਲਾ ਗਿਆ। ਮੂਸਾ ਨੂੰ ਬੜੇ ਹਾਲਾਤ ਝੱਲਣੇ ਪਏ,
40 ਸਾਲ ਮਦਿਆਨ ਦੇਸ਼ ਦੇ ਵਿੱਚ ਰਿਹਾ ਉਹ ਤੋਂ ਬਾਅਦ 'ਚ ਫਿਰ ਮਿਸਰ ਦੇ ਵਿੱਚ ਆਇਆ ਪਰਮੇਸ਼ਰ ਦੇ ਬਚਨ ਦੇ ਅਨੁਸਾਰ। ਤੇ 40 ਸਾਲ ਦਾ ਜਿਹੜਾ ਅਗਲਾ ਸਮਾਂ ਸੀ 80 ਤੋਂ ਲੈ ਕੇ 120 ਸਾਲ ਦੀ ਉਮਰ ਤਾਈਂ ਉਹ ਇਸਰਾਇਲੀ ਲੋਕਾਂ ਦੀ ਗਵਾਹੀ ਕਰਦਾ ਰਿਹਾ। ਬੜੇ ਹਾਲਾਤ ਆਏ ਪਰ ਪਰਮੇਸ਼ਰ ਨੇ ਮੂਸਾ ਆਪਣੇ ਦਾਸ ਨੂੰ ਵੀ ਸੰਭਾਲ ਕੇ ਰੱਖਿਆ ਤੇ ਅਖੀਰ ਉਹ 120 ਸਾਲਾਂ ਦੀ ਉਮਰ 'ਚ ਪ੍ਰਭੂ ਦੀ ਹਜ਼ੂਰੀ 'ਚ ਕੋਈ ਉਹਨੂੰ ਮਾਰ ਨਹੀਂ ਸਕਿਆ। ਹਾਲੇਲੂਇਆ, ਉਹਨੂੰ ਮਾਰ ਨਹੀਂ ਸਕਿਆ। ਔਰ ਪਰਮੇਸ਼ਰ ਨੇ ਉਹਨੂੰ ਕਿਹਾ ਪਹਾੜ ਤੇ ਜਾ ਤੇ ਉੱਥੇ ਜਾ ਕੇ ਮਰ ਜਾ, ਤੇ ਉਹ ਪਹਾੜ ਤੇ ਚਲਾ ਗਿਆ, ਉੱਥੇ ਜਾ ਕੇ ਪੂਰਾ ਹੋ ਗਿਆ। ਸੋ ਦਾਊਦ ਦੇ ਅਸੀਂ ਜੀਵਨ 'ਚ ਦੇਖਦੇ ਹਾਂ ਵੀ ਬੜਾ ਕੁਛ ਹੋਇਆ, ਬੜੇ ਬੈਰੀ ਉੱਠੇ, ਬੜੇ ਯੁੱਧ ਹੋਏ, ਪਰ ਉਹ ਵੀ ਬੜੇ ਸੁੱਖ ਦੇ ਨਾਲ ਦੁਨੀਆ ਤੋਂ ਗਿਆ ਹੋ। ਹਾਲੇਲੂਇਆ, ਬੜੀ ਸ਼ਾਂਤੀ ਨਾਲ ਸੁੱਖ ਦੇ ਨਾਲ ਦੁਨੀਆ ਤੋਂ ਗਿਆ ਹੋ। ਇੱਥੇ ਪ੍ਰਭੂ ਜੀ ਕਹਿੰਦੇ ਆ ਵੀ ਬੜਾ ਕੁਛ ਹੋਣਾ, ਮਰੀਆਂ ਪੈਣੀਆਂ, ਵੱਡੇ ਭੁਚਾਲ ਆਉਣੇ ਆ, ਕਾਲ ਵੀ ਪੈਣੇ ਆ, ਠੀਕ ਹੈ, ਲੋਕਾਂ ਨੇ ਤੁਹਾਡੇ ਵਿਰੋਧ ਵਿੱਚ ਵੀ ਹੋਣਾ ਆ, ਪਰ ਪ੍ਰਭੂ ਜੀ ਕਹਿੰਦੇ ਵੀ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਊਗਾ। ਅਗਲੀ ਆਇਤ ਵੀ ਪੜ੍ਹ ਦਿਓ। ਹਾਂਜੀ, ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ। ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ। ਆਪਣੇ ਧੀਰਜ ਨਾਲ ਜਾਨਾਂ ਕਮਾਓਗੇ ਜਾਂ ਬਚਾਓਗੇ। ਹਾਲੇਲੂਇਆ, ਉਹਦੇ ਲੋਕਾਂ 'ਚ ਧੀਰਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਅਧੀਨਗੀ ਵਾਲੀ ਗੱਲ, ਬਹੁਤ ਅਧੀਨਗੀ ਵਾਲੀ ਗੱਲ ਨਾਲ ਧੀਰਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਜਦੋਂ ਧੀਰਜ ਦੀ ਗੱਲ ਆਪਾਂ ਸੁਣਦੇ ਆ ਤੇ ਜਦੋਂ ਆਸ਼ੀਸ਼ਾਂ ਲੈਣੀਆਂ ਉਹ ਵੀ ਧੀਰਜ ਨਾਲ ਹੀ ਮਿਲਣੀਆਂ। ਹਾਲੇਲੂਇਆ, ਜਦੋਂ ਬਿਮਾਰੀਆਂ ਉਹ ਵੀ ਧੀਰਜ ਨਾਲ ਹੀ ਇੰਤਜ਼ਾਰ ਕਰਨਾ। ਜਦੋਂ ਹੋਰ ਕਈ ਦੁੱਖਾਂ ਵਾਲੇ ਹਾਲਾਤ ਹੈ ਉੱਥੇ ਵੀ ਧੀਰਜ ਦੀ ਸਾਨੂੰ ਲੋੜ ਆ। ਅਬਰਾਹਮ ਧੀਰਜ ਦੇ ਨਾਲ ਇੰਤਜ਼ਾਰ ਕਰਦਾ ਰਿਹਾ ਤੇ ਦਿੱਤੇ ਹੋਏ ਵਾਅਦਿਆਂ ਨੂੰ ਉਹਨੇ ਪ੍ਰਾਪਤ ਕਰ ਲਿਆ। ਇਸ ਕਰਕੇ ਆਸ਼ੀਸ਼ਾਂ ਜਦੋਂ ਲੈਣੀਆਂ ਉਹ ਵੀ ਧੀਰਜ ਨਾਲ ਚੱਲਦੇ ਰਹਿਣਾ। ਜਦੋਂ ਦੁੱਖਾਂ 'ਚ ਤੰਗੀਆਂ ਮੁਸੀਬਤ ਦੇ ਵਿੱਚ ਆ ਉਹਦੇ ਵਿੱਚ ਵੀ ਅਸੀਂ ਧੀਰਜ ਨਾਲ ਚੱਲਦੇ ਰਹਿਣਾ। ਤੇ ਇੱਥੇ ਪ੍ਰਭੂ ਨੇ ਕਿਹਾ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਬਚਾ ਲਓਗੇ ਤੇ ਧੀਰਜ ਦੇ ਨਾਲ ਇੱਕ ਇੱਕ ਵਾਅਦਾ ਤੁਹਾਡੇ ਜੀਵਨ 'ਚ ਬਰਕਤ ਦਾ ਪੂਰਾ ਹੋ ਜਾਊਗਾ। ਹਾਲੇਲੂਇਆ, ਅਬਰਾਨੀਆਂ ਦੀ ਪੁਸਤਕ ਲਿਖਣ ਵਾਲਾ ਕਹਿੰਦਾ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ, ਵਾਧਾ ਤੇ ਵਾਧਾ ਕਰਾਂਗਾ। ਫਿਰ ਲਿਖਿਆ ਉਹਨੇ ਇਸ ਵਚਨ ਨੂੰ ਧੀਰਜ ਦੇ ਨਾਲ ਪ੍ਰਾਪਤ ਕੀਤਾ ਵਾਅਦਿਆਂ ਨੂੰ। ਹਾਲੇਲੂਇਆ, ਉਹਨਾਂ ਵਾਅਦਿਆਂ ਨੂੰ ਧੀਰਜ ਦੇ ਨਾਲ ਪ੍ਰਾਪਤ ਕੀਤਾ। ਹਾਲੇਲੂਇਆ, ਇਹ ਤੇ ਪੜਿਆ ਸੀ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ। ਵੀ ਧੀਰਜ ਤੁਹਾਡੇ ਅੰਦਰ ਹੋਣੀ ਚਾਹੀਦੀ ਆ। ਜਦੋਂ ਧੀਰਜ ਨਾਲ ਤੁਰੇ ਜਾਓਗੇ ਤੇ ਹਾਲਾਤ ਬਦਲ ਜਾਣਗੇ। ਅਯੂਬ ਧੀਰਜ ਨਾਲ ਤੁਰਿਆ ਰਿਹਾ, ਪਰਮੇਸ਼ਰ ਨੇ ਹਾਲਾਤ ਬਦਲ ਦਿੱਤੇ। ਇਸ ਕਰਕੇ ਧੀਰਜ ਜਿਹੜੀ ਆ ਬਹੁਤ ਜ਼ਿਆਦਾ ਇੱਕ ਰੱਬ ਦੀ ਪ੍ਰੇਮੀ ਲਈ ਜ਼ਰੂਰੀ ਆ। ਧੀਰਜ ਦੇ ਦੁਆਰਾ ਆਸ਼ੀਸ਼ਾਂ ਮਿਲਣੀਆਂ, ਧੀਰਜ ਦੇ ਦੁਆਰਾ ਦੁੱਖਾਂ ਮੁਸੀਬਤਾਂ ਤੋਂ ਛੁਟਕਾਰਾ ਮਿਲਣਾ, ਧੀਰਜ ਦੇ ਦੁਆਰਾ ਸਮਾਂ ਬਦਲਣਾ ਆ। ਇਸ ਕਰਕੇ ਧੀਰਜ ਦੀ ਜਿਹੜੀ ਦੌਲਤ ਆ, ਸੰਤ ਪੌਲਸ ਤਾਂ ਇਦਾਂ ਕਹਿੰਦਾ ਧੀਰਜ ਦੀ ਦੌਲਤ ਨੂੰ ਤੁੱਛ ਨਾ ਜਾਣੋ। ਉਹ ਧੀਰਜ ਨੂੰ ਕੀ ਕਹਿੰਦਾ? ਉਹ ਕਹਿੰਦਾ ਧੀਰਜ ਇੱਕ ਖਜ਼ਾਨਾ ਆ, ਦੌਲਤ ਆ। ਵੀ ਜਦੋਂ ਕੋ ਧੀਰਜ ਆ ਗਈ ਨਾ ਉਹਦੇ ਕੋਲ ਵੱਡਾ ਖਜ਼ਾਨਾ ਆ। ਕਿਉਂ? ਕਿਉਂਕਿ ਜਿੱਥੇ ਧੀਰਜ ਆ ਉੱਥੇ ਸਾਰਾ ਕੁਝ ਆ ਜਾਊਗਾ। ਉੱਥੇ ਜੀਵਨ ਵੀ ਆ, ਉੱਥੇ ਹਮੇਸ਼ਾ ਦੀ ਜ਼ਿੰਦਗੀ ਵੀ ਆ, ਤੇ ਉੱਥੇ ਇਹ ਦੁਨੀਆ ਦੇ ਵਿੱਚ ਆਸ਼ੀਸ਼ਾਂ ਵੀ ਆ। ਇਸ ਕਰਕੇ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਊਗਾ। ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ। ਇਸ ਕਰਕੇ ਅਧੀਨਗੀ ਦੀ ਲੋੜ ਆ, ਉਹਦਾ ਡਰ ਮੰਨਣ ਦੀ ਲੋੜ ਹੈ, ਤੇ ਉੱਥੇ ਸਾਨੂੰ ਧੀਰਜ ਕਰਨ ਦੀ ਵੀ ਲੋੜ ਆ। ਮਿਸਰ 'ਚ ਮਿਸਰੀਆਂ ਤੇ ਬਾਬਾ ਪਈਆਂ, ਪਰ ਇਸਰਾਇਲੀਆਂ ਦੇ ਡੇਰੇ 'ਚ ਕੋਈ ਵੀ ਬਾਬਾ ਨਹੀਂ ਸੀ। ਪਰਮੇਸ਼ਰ ਨੇ ਰਾਖੀ ਕੀਤੀ, ਗਵਾਹੀ ਕੀਤੀ। ਇਸ ਕਰਕੇ ਜੋ ਵੀ ਸਮਾਂ ਚੱਲ ਰਿਹਾ ਉਸ ਸਮੇਂ ਦੇ ਵਿੱਚ ਸਾਨੂੰ ਧੀਰਜ ਨਾਲ ਚੱਲਣ ਦੀ ਲੋੜ ਹੈ, ਤੇ ਹਰ ਹਾਲ ਦੇ ਵਿੱਚ ਸਾਨੂੰ ਧੰਨਵਾਦ ਕਰਨ ਦੀ ਲੋੜ ਆ। ਸੋ ਅੱਖਾਂ ਨੂੰ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਸਵਰਗੀ ਪਿਤਾ ਤੁਹਾਡਾ ਸ਼ੁਕਰੀਆ, ਸ਼ੁਕਰੀਆ, ਸ਼ੁਕਰੀਆ। ਧੰਨਵਾਦ, ਧੰਨਵਾਦ, ਧੰਨਵਾਦ ਇਹਨਾਂ ਬਚਨਾਂ ਲਈ ਜਿਹੜੇ ਤੁਸੀਂ ਬਖਸ਼ਿਸ਼ ਕੀਤੇ। ਧੰਨਵਾਦ, 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 ਧੰਨਵਾਦ। ਪਵਿੱਤਰ ਆਤਮਾ ਹੀ ਅਧੀਨ ਬਣਾਉਂਦਾ ਹੈ। ਪਵਿੱਤਰ ਆਤਮਾ ਦੇ ਦੁਆਰਾ ਬਹੁਤ ਅਧੀਨ ਬਣ ਜਾਂਦਾ ਆ। ਪ੍ਰਭੂ ਜੀ ਜਦੋਂ ਤੁਹਾਡੇ ਬਾਰੇ ਪੜ੍ਹਦੇ ਹਾਂ ਤੇ ਉੱਪਰੋਂ ਆਵਾਜ਼ ਆਈ, ਆਕਾਸ਼ ਖੁੱਲ ਗਿਆ, ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਆ ਜਿਹਦੇ ਤੋਂ ਮੈਂ ਪ੍ਰਸੰਨ ਹਾਂ। ਪ੍ਰਭੂ ਯਿਸੂ ਮਸੀਹ ਸਭ ਤੋਂ ਜ਼ਿਆਦਾ ਅਧੀਨ ਸੀ। ਔਰ ਮਨੁੱਖਾਂ ਦੇ ਵਿੱਚ ਅਸੀਂ ਪੜ੍ਹਿਆ ਆ ਮੂਸਾ ਬਾਰੇ, ਅਯੂਬ ਦੇ ਬਾਰੇ। ਸੱਚਮੁੱਚ ਹਾਂ, ਇਹ ਜਿੰਨੇ ਤੇਰੇ ਬੱਚੇ ਤੇਰੀ ਹਜ਼ੂਰੀ 'ਚ ਆਏ ਆ,
ਅੱਜ ਅਧੀਨਗੀ ਦਾ ਆਤਮਾ ਹਰ ਜੀਵਨ 'ਚ ਕੰਮ ਕਰੇ। ਐ ਵੀ ਹੋ ਐਂਦੀ ਲੀ ਐਂਦੀ ਲਾ ਪਰਚਾ ਨੂੰ ਲਹੂ ਨਾ ਮੁੱਲ ਖਰੀਦੇ ਹੋਏ ਲੋਕਾਂ ਨੂੰ ਆਪਣੀ ਥੈਲੀਆਂ ਤੇ ਕਰ ਲਿਆਇਆ। ਤੂੰ ਯੁੱਗ ਦੇ ਅੰਤ ਦੇ ਗੁਨਾਹ ਦੇ ਯੁੱਗ ਦੇ ਅੰਤ ਦੇ ਹਰ ਵੇਲੇ ਉਹਨਾਂ ਦੇ ਨਾਲ ਆ ਹਰ ਵੇਲੇ ਨਾਲ ਹੈ। ਨੂੰ ਨਾ ਤੂੰ ਨਾ ਛੱਡੇਗਾ ਨਾ ਤਿਆਗੇਗਾ। तेरा शुक्रिया इन्हां वादियां लई, अज दे दिन दे लई शुक्रिया, अज दे समय लई शुक्रिया जो अपने बच्चे नूं आशीष दित्ती आ, आनंद ना भरिया, शांति ना भरिया, मसा दे नाल भर दित्ता अपने बच्चों नूं, वचन दे नाल भर दित्ता। आजादी दी आत्मा ने आजाद कीता तेरे बच्चों नूं, आजाद कर दित्ता आ। ऐ बिल्ली आदी लोहा दी ला, क्योंकि जिथे किते प्रभु दा आत्मा उत्थे आजादी आ, इत्थे प्रभु दा आत्मा इत्थे आ। तेरे बच्चे हुण आजाद हो जा, कोई गुलाम ना रहे। ऐ बिहा दी ला, हर तरह दी बीमारी तो, हर तरह दी दर्दां तो, हर तरह के रोग तो, ऐ बिल्ली आदी लोहा दी ला आजादी मिल जाए तेरे बच्चे, आजादी मिल जाए तेरे बच्चे आजाद होके जान। यीशु दे लहू ते कोड़ियां दे द्वारा यीशु दे नाते आजाद होके जान, लोए होके जान, लोए होके जान। उन्हें अब्बे साड़ियां मारियां लै लियां, उन्हें रोगां नूं चुक लिया, ओदे मार खाण तो असीं लोए कीते गए, ओदे मार खाण तो लोए कर दिते गए। यीशु दे लहू ते कोड़ियां दे द्वारा बच्चे लोए कर दिते गए। ये तेरी परजा लोए कर दित्ती है, ये तेरे पुत्र धरतियां नोए कर देते हैं, इन आदि ना भर दिते गए, ये शांति ना भर दिते गए। आकाश खोल के आशीष दे दी गई है, बरकतां दे दी गई, इन्हां बच्चों नूं आशीषां दे दित्तियां, तुसीं आशीषां दे दित्तियां, आनंद देता, शांति दे दित्ती, आजादी देती, छुटकारा देता, आशीषां देतियां। तेरा शुक्र कर दिया, तेरा शुक्र कर दिया, तेरा शुक्र कर दिया, तेरा शुक्र कर दे इन्हां आशीषां लई, अज दे दिन दे लई, अज दे दिन दे लई, आत्मा दी भरपूरी लई, किरपा लई, दया लई धन्नवाद कर दे। धन्नवाद 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 धन्नवाद। जो इन्हां बच्चों नूं आनंद ना भरिया, शांति ना भरिया, पुत्र आत्मा ना भर दिता। धन्नवाद धन्नवाद धन्नवाद। अधीनगी दा आत्मा देता, बहुत अधीनगी दा आत्मा देता, डर मन दा आत्मा देता, आग्याकारी दा आत्मा देता, आशीषां दे दित्तियां। धन्नवाद। रहम बनिया रहे परिवारां ते घराणियां ते सारी कलीसियां ते दासां ते रहम बनिया रहे। तेरे बच्चे खुल दीने ना तेरी हजूरी च आउण, रुकावटां दूर हो जाण, सारियां रुकावटां दूर हो जाण। ते जिद्दां जिद्दां तेरे बच्चे पहलां दी ओहदे सी खुलदी नहीं ना, तेरे बच्चे तेरी हजूरी च आके तेरी उपासना कर, तेरी हजूरी च आके आशीषां लैण, आशीषां लैण, आशीषां लैण। धन्नवाद 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 धन्नवाद। प्रभु यीशु मसीह दे पवित्र नाम च मंगदे हां, आमीन। प्रभु यीशु मसीह की कृपा, पिता परमेश्वर का प्रेम, पुत्र आत्मा की संगत हुण तो लैके आने वाले समय ते सारे दासां नाल, सारी कलीसिया नाल हुंदी रहे, आमीन।